When my parents were comfortably settled in the city, they sent for us. That was a turning point in our friendship. Although we shared the same room, my grandmother no longer came to school with me. ਹਾਂਜੀ, ਹੁਣ ਕੀ ਹੁੰਦਾ ਹੈ, ਖੁਸ਼ਵੰਤ ਸਿੰਘ ਦੇ ਪੇਰੈਂਟਸ ਸ਼ਹਿਰ ਦੇ ਵਿੱਚ ਸੈਟਲ ਹੋ ਜਾਂਦੇ ਹੈ ਔਰ ਫਿਰ ਦੋਨਾਂ ਦੀ ਦੋਸਤੀ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆ ਜਾਂਦਾ, ਇੱਕ ਮੋੜ ਆ ਜਾਂਦਾ। ਚਾਹੇ ਦੋਨੋਂ ਸੇਮ ਰੂਮ ਦੇ ਵਿੱਚ ਰਹਿੰਦੇ ਆ, ਬਟ ਹੁਣ ਗ੍ਰੈਂਡ ਮਦਰ ਖੁਸ਼ਵੰਤ ਸਿੰਘ ਦੇ ਨਾਲ ਸਕੂਲ ਨਹੀਂ ਜਾਂਦੀ। ਕਾਰਨ ਕੀ ਸੀ? ਆਈ ਯੂਜ਼ ਟੂ ਗੋ ਟੂ ਇੰਗਲਿਸ਼ ਸਕੂਲ ਇਨ ਮੋਟਰ ਬੱਸ, ਕਿਉਂਕਿ ਹੁਣ ਖੁਸ਼ਵੰਤ ਸਿੰਘ ਸ਼ਹਿਰ ਦੇ ਇੰਗਲਿਸ਼ ਸਕੂਲ ਇੱਕ ਕੌਨਵੈਂਟ ਸਕੂਲ ਦੇ ਵਿੱਚ ਜਾਂਦਾ ਸੀ ਔਰ ਅੱਗੇ ਉਹ ਪੈਦਲ ਜਾਂਦੇ ਸੀ, ਬਟ ਹੁਣ ਉਹ ਇੱਕ ਸਕੂਲ ਵੈਨ ਜਾਂ ਮੋਟਰ ਬੱਸ ਦੇ ਵਿੱਚ ਸਕੂਲ ਜਾਂਦਾ ਸੀ। There was no dogs in the streets and she took to feeding sparrows in the courtyard of our city house. ਹੁਣ ਪਿੰਡ ਦੀ ਤਰ੍ਹਾਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਡੌਗਸ ਨਹੀਂ ਸੀ ਮਿਲਦੇ, ਤਾਂ ਗ੍ਰੈਂਡ ਮਦਰ ਨੇ ਸਪੈਰੋਜ਼ ਨੂੰ ਫੀਡ ਕਰਨਾ ਸ਼ੁਰੂ ਕਰ ਦਿੱਤਾ, ਜਿਹੜੀ ਕਿ ਉਹਨੇ ਘਰ ਦੇ ਵਿਹੜੇ ਦੇ ਵਿੱਚ ਆ ਜਾਂਦੀਆਂ ਸੀ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜੋ ਗ੍ਰੈਂਡ ਮਦਰ ਸੀ ਉਹ ਐਨੀਮਲ ਲਵਰ ਸੀ, ਬਰਡ ਲਵਰ ਹੈ। ਸੋ ਪਹਿਲਾਂ ਉਹ ਡੌਗਸ ਨੂੰ ਖਾਣਾ ਦਿੰਦੀ ਸੀ ਔਰ ਹੁਣ ਉਹਨੇ ਸ਼ਹਿਰ ਦੇ ਵਿੱਚ ਆ ਕੇ ਸਪੈਰੋਜ਼ ਨੂੰ, ਚਿੜੀਆਂ ਨੂੰ ਖਾਣਾ ਦੇਣਾ ਸ਼ੁਰੂ ਕਰ ਦਿੱਤਾ। ਐਜ਼ ਈਅਰਸ ਓਲਡ ਬਾਏ we saw less of each other. For some time she continued to wake me up and get me ready for school. When I came back she would ask me what a teacher had taught me. ਕਹਿੰਦਾ ਇਸ ਤਰ੍ਹਾਂ ਕੁਝ ਸਾਲ ਨਿਕਲੇ, ਅਸੀਂ ਇੱਕ ਦੂਜੇ ਨੂੰ ਘੱਟ ਮਿਲਣ ਲੱਗੇ, ਘੱਟ ਦੇਖਣ ਲੱਗੇ, ਪਰ ਬਟ ਅਜੇ ਵੀ ਜੋ ਗ੍ਰੈਂਡ ਮਦਰ ਸੀ ਖੁਸ਼ਵੰਤ ਸਿੰਘ ਨੂੰ ਉਠਾਉਂਦੀ ਸੀ, ਸਕੂਲ ਲਈ ਤਿਆਰ ਕਰਦੀ ਸੀ, ਔਰ ਜਦੋਂ ਉਹ ਸਕੂਲ ਤੋਂ ਵਾਪਸ ਆਉਂਦੇ ਤਾਂ ਉਹਦੇ ਤੋਂ ਪੁੱਛਦੀ ਸੀ ਕਿ ਅੱਜ ਉਹਨੂੰ ਸਕੂਲ ਦੇ ਵਿੱਚ ਟੀਚਰ ਨੇ ਕੀ ਪੜ੍ਹਾਇਆ। ਆਈ ਵੁੱਡ ਟੈਲ ਹਰ ਇੰਗਲਿਸ਼ ਵਰਡਸ ਐਂਡ ਲਿਟਲ ਥਿੰਗਸ ਆਫ ਵੈਸਟਰਨ ਸਾਇੰਸ ਐਂਡ ਲਰਨਿੰਗ। ਖੁਸ਼ਵੰਤ ਸਿੰਘ ਆ ਕੇ ਦੱਸਦਾ ਸੀ ਕਿ ਮੈਨੂੰ ਕੁਝ ਇੰਗਲਿਸ਼ ਦੇ ਵਰਡਸ ਸਿਖਾਏ ਹੈ, ਕੁਝ ਸ਼ਬਦ ਸਿਖਾਏ ਹੈ, ਕੁਝ ਵੈਸਟਰਨ ਸਾਇੰਸ ਨਾਲ ਰਿਲੇਟਡ ਕੁਝ ਰੂਲਸ ਦੱਸੇ ਹੈ। ਦ ਲਾਅ ਆਫ ਗ੍ਰੈਵਿਟੀ, ਆਰਕੀਮੀਡੀਜ਼ ਪ੍ਰਿੰਸੀਪਲ, ਦਾ ਵਰਲਡ ਬੀਇੰਗ ਰਾਊਂਡ, ਔਰ ਦੱਸਿਆ ਕਿ ਗ੍ਰੈਵਿਟੀ ਦਾ ਲਾਅ ਕੀ ਹੁੰਦਾ ਹੈ, ਗ੍ਰੈਵਿਟੀ ਦਾ ਸਿਧਾਂਤ ਕੀ ਹੈ, ਆਰਕੀਮੀਡੀਜ਼ ਪ੍ਰਿੰਸੀਪਲ ਕੀ ਹੈ। ਦੱਸਿਆ ਕਿ ਕਿਸ ਤਰ੍ਹਾਂ ਜਿਹੜੀ ਧਰਤੀ ਹੈ ਉਹ ਗੋਲ ਹੈ। ਦਿਸ ਮੇਡ ਹਰ ਅਨਹੈਪੀ, ਸ਼ੀ ਕੁਡ ਨਾਟ ਹੈਲਪ ਮੀ ਵਿਦ ਮਾਈ ਲੈਸਨ। ਇਹ ਗੱਲ ਸੁਣ ਕੇ ਜੋ ਗ੍ਰੈਂਡ ਮਦਰ ਹੈ ਉਹ ਅਨਹੈਪੀ ਹੋ ਗਈ ਸੀ। ਕਿਉਂ? ਕਿਉਂਕਿ ਹੁਣ ਖੁਸ਼ਵੰਤ ਸਿੰਘ ਦਾ ਸਿਲੇਬਸ ਚੇਂਜ ਹੋ ਚੁੱਕਿਆ ਸੀ। ਹੁਣ ਗ੍ਰੈਂਡ ਮਦਰ ਉਸਦੀ ਸਟੱਡੀ ਦੇ ਵਿੱਚ ਉਹਦੀ ਕੋਈ ਵੀ ਹੈਲਪ ਨਹੀਂ ਕਰ ਪਾਉਂਦੀ ਸੀ। ਸ਼ੀ ਡਿਡ ਨਾਟ ਬਲੀਵ in the things they taught at the English school and was distressed that there was no teaching about God and the scriptures. ਔਰ ਜੋ ਵੀ ਖੁਸ਼ਵੰਤ ਸਿੰਘ ਨੂੰ ਸਕੂਲ ਦੇ ਵਿੱਚ ਪੜ੍ਹਾਇਆ ਜਾਂਦਾ ਸੀ ਉਸ 'ਤੇ ਗ੍ਰੈਂਡ ਮਦਰ ਨੂੰ ਕੋਈ ਵਿਸ਼ਵਾਸ ਨਹੀਂ ਸੀ ਔਰ ਜ਼ਿਆਦਾ ਉਹਨੂੰ ਸਟਰੈਸ ਦੇਣ ਵਾਲੀ ਗੱਲ ਕੀ ਸੀ, ਉਹ ਡਿਸਟਰੈਸ ਕਿਉਂ ਰਹਿੰਦੀ ਸੀ, ਨਿਰਾਸ਼ ਕਿਉਂ ਰਹਿੰਦੀ ਸੀ? ਕਿਉਂਕਿ ਸਕੂਲ ਦੇ ਵਿੱਚ ਨਾ ਤਾਂ ਗੋਡ ਨਾਲ ਰਿਲੇਟਡ ਕੋਈ ਐਜੂਕੇਸ਼ਨ ਦਿੱਤੀ ਜਾਂਦੀ ਸੀ, ਨਾ ਹੀ ਉਹਨਾਂ ਨੂੰ ਕੋਈ ਸਕ੍ਰਿਪਚਰਸ ਪੜ੍ਹਾਈਆਂ ਜਾਂਦੀਆਂ ਸੀ, ਹੋਲੀ ਬੁੱਕਸ ਪੜ੍ਹਾਈਆਂ ਜਾਂਦੀਆਂ ਸੀ। One day announced that we were being given music lesson. She was very disturbed. ਤਾਂ ਇੱਕ ਦਿਨ ਖੁਸ਼ਵੰਤ ਸਿੰਘ ਨੇ ਆ ਕੇ ਦੱਸਿਆ ਕਿ ਮੈਨੂੰ ਅੱਜ ਸਕੂਲ ਦੇ ਵਿੱਚ ਮਿਊਜ਼ਿਕ ਦੇ ਕੁਝ ਲੈਸਨ ਦਿੱਤੇ ਗਏ ਨੇ। ਤਾਂ ਇਹ ਸੁਣ ਕੇ ਗ੍ਰੈਂਡ ਮਦਰ ਬੜੀ ਅਪਸੈਟ ਹੋਈ। ਟੂ ਹਰ ਮਿਊਜ਼ਿਕ ਹੈਡ ਲਿਓਡ ਐਸੋਸੀਏਸ਼ਨ। ਕਿਉਂ? ਕਿਉਂਕਿ ਗ੍ਰੈਂਡ ਮਦਰ ਦੇ ਲਈ ਜੋ ਮਿਊਜ਼ਿਕ ਸੀ ਬਹੁਤ, ਉਹਨੂੰ ਮਿਊਜ਼ਿਕ ਬੜਾ ਚੀਪ ਲੱਗਦਾ ਸੀ, ਘਟੀਆ ਲੱਗਦਾ ਸੀ। ਉਹਦੇ ਵਿਚਾਰ ਮਤਲਬ ਮਿਊਜ਼ਿਕ ਨੂੰ ਲੈ ਕੇ ਕੁਝ ਜ਼ਿਆਦਾ ਵਧੀਆ ਨਹੀਂ ਸੀ। ਇਟ ਵਾਜ਼ ਦ ਮੋਨੋਪਲੀ ਆਫ ਹਾਰਲੋਟਸ ਐਂਡ ਬੈਗਰਸ ਐਂਡ ਨਾਟ ਫॉर ਮੀਟ ਫॉर ਜੈਂਟਲ ਫॉक। ਸ਼ੀ ਸੈਡ ਨਥਿੰਗ ਬਟ ਹਰ ਸਾਇਲੈਂਸ ਮੇਨ ਡਿਸਅਪਰੂਵਲ। ਸ਼ੀ ਰੇਅਰਲੀ ਟਾਕ ਟੂ ਮੀ ਆਫਟਰ ਦੈਟ। ਤਾਂ ਖੁਸ਼ਵੰਤ ਸਿੰਘ ਨੂੰ ਜਦੋਂ ਖੁਸ਼ਵੰਤ ਸਿੰਘ ਨੇ ਗ੍ਰੈਂਡ ਮਦਰ ਨੂੰ ਦੱਸਿਆ ਕਿ ਅੱਜ ਸਾਨੂੰ ਕੁਝ ਮਿਊਜ਼ਿਕ ਦੇ ਲੈਸਨ ਦਿੱਤੇ ਗਏ ਹੈ, ਤਾਂ ਗ੍ਰੈਂਡ ਮਦਰ ਅਪਸੈਟ ਹੋ ਜਾਂਦੀ ਹੈ। ਗ੍ਰੈਂਡ ਮਦਰ ਅਪਸੈਟ ਹੋ ਜਾਂਦੀ ਹੈ ਔਰ ਕਿਉਂ? ਕਿਉਂਕਿ ਉਹਨੂੰ ਲੱਗਦਾ ਹੈ ਕਿ ਜਿਹੜਾ ਮਿਊਜ਼ਿਕ ਹੈ ਉਹ ਅੱਛੇ ਲੋਕਾਂ ਲਈ ਨਹੀਂ ਬਣਿਆ ਹੋਇਆ, ਜੈਂਟਲ ਫੌਕ ਲਈ, ਵਧੀਆ ਲੋਕਾਂ ਲਈ ਨਹੀਂ ਬਣਿਆ ਹੋਇਆ। ਇਹ ਸਿਰਫ ਮੰਗਤਿਆਂ ਔਰ ਜਿਹੜੇ ਪ੍ਰੋਸਟੀਚਿਊਟ ਹੁੰਦੇ, ਜਿਹੜੇ ਹਾਰਲੋਟ ਵਗੈਰਾ ਹੁੰਦੇ ਹੈ, ਉਹਨਾਂ ਲਈ ਬਣਿਆ ਹੋਇਆ ਹੈ। ਉਸ ਦਿਨ ਗ੍ਰੈਂਡ ਮਦਰ ਕੁਛ ਬੋਲੀ ਨਹੀਂ ਹੈ, ਬਟ ਉਹਦੀ ਸਾਇਲੈਂਸ ਤੋਂ ਪਤਾ ਲੱਗ ਚੁੱਕਿਆ ਸੀ ਖੁਸ਼ਵੰਤ ਸਿੰਘ ਨੂੰ ਕਿ ਉਹ ਮਿਊਜ਼ਿਕ ਨੂੰ ਲਾਈਕ ਨਹੀਂ ਕਰਦੀ। ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਘੱਟ ਬੋਲੀ ਖੁਸ਼ਵੰਤ ਸਿੰਘ ਦੇ ਨਾਲ। ਵੈਨ ਆਈ ਵੈਂਟ ਅਪ ਟੂ ਦ ਯੂਨੀਵਰਸਿਟੀ ਆਈ ਵਾਜ਼ ਗਿਵਨ ਅ ਰੂਮ ਆਫ ਮਾਈ ਓਨ। ਉਸ ਤੋਂ ਬਾਅਦ ਫਰਦਰ ਸਟੱਡੀ ਦੇ ਲਈ ਖੁਸ਼ਵੰਤ ਸਿੰਘ ਨੇ
ਯੂਨੀਵਰਸਿਟੀ ਜਾਣਾ ਸੀ ਤਾਂ ਉੱਥੇ ਉਹਨੂੰ ਆਪਣਾ ਰੂਮ ਮਿਲ ਗਿਆ। ਦ ਕਾਮਨ ਲਿੰਕ ਆਫ ਫਰੈਂਡਸ਼ਿਪ ਵਾਸ ਸਨੈਪਡ। ਹੁਣ ਜੋ ਥੋੜ੍ਹਾ ਬਹੁਤ ਦੋਨਾਂ ਦੇ ਵਿੱਚ ਕਾਮਨ ਲਿੰਕ ਬਾਕੀ ਬਚਦਾ ਸੀ ਉਹ ਵੀ ਬਿਲਕੁਲ ਟੁੱਟ ਚੁੱਕਿਆ ਸੀ। ਮਾਈ ਗ੍ਰੈਂਡ ਮਦਰ ਐਕਸੈਪਟਡ ਹਰ ਸੈਕੂਲਿਜ਼ਮ ਵਿਦ ਰੈਜ਼ੀਗਨੇਸ਼ਨ। ਗ੍ਰੈਂਡ ਮਦਰ ਨੇ ਆਪਣੇ ਇਕੱਲੇਪਨ ਨੂੰ ਬੜੀ ਚੰਗੀ ਤਰ੍ਹਾਂ ਐਕਸੈਪਟ ਕਰ ਲਿਆ ਸੀ। ਸ਼ੀ ਰੇਅਰਲੀ ਲੈਫਟ ਹਰ ਸਪਿਨਿੰਗ ਵੀਲ ਟੂ ਟਾਕ ਟੂ ਐਨੀਵਨ। ਹੁਣ ਦੇਖੋ ਗ੍ਰੈਂਡ ਮਦਰ ਨੇ ਆਪਣੇ ਆਪ ਨੂੰ ਕਿੱਥੇ ਬਿਜ਼ੀ ਕੀਤਾ। ਗ੍ਰੈਂਡ ਮਦਰ ਹਮੇਸ਼ਾ ਸਪਿਨਿੰਗ ਵੀਲ ਚਲਾਉਂਦੀ ਰਹਿੰਦੀ ਸੀ। ਸਪਿਨਿੰਗ ਵੀਲ ਮਤਲਬ ਚਰਖਾ ਚਲਾਉਂਦੀ ਰਹਿੰਦੀ ਸੀ, ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦੀ। ਫਰੋਮ ਸਨਸੈਟ ਸ਼ੀ ਸੈਟ ਬਾਈ ਹਰ ਵੀਲ ਸਪਿਨਿੰਗ ਐਂਡ ਰਿਸਾਈਟਿੰਗ ਪ੍ਰੇਅਰ। ਸ਼ਾਮ ਦੇ ਟਾਈਮ ਉਹ ਚਰਖੇ ਦੇ ਕੋਲ ਬੈਠਦੀ ਸੀ ਔਰ ਆਪਣੀਆਂ ਪ੍ਰੇਅਰਸ ਬੋਲਦੀ ਰਹਿੰਦੀ ਸੀ। ਓਨਲੀ ਇਨ ਦ ਆਫਟਰਨੂਨ ਸ਼ੀ ਰਿਲੈਕਸ ਫॉर ਅ ਵਾਈਲ ਟੂ ਫੀਡ ਦ ਸਪੈਰੋਜ਼। ਸਿਰਫ ਦੁਪਹਿਰ ਦੇ ਟਾਈਮ ਥੋੜ੍ਹਾ ਰਿਲੈਕਸ ਹੁੰਦੀ ਸੀ, ਉਹ ਵੀ ਜਦੋਂ ਉਹ ਚਿੜੀਆਂ ਨੂੰ ਖਾਣਾ ਦਿੰਦੀ ਸੀ। ਵਾਈਲ ਸ਼ੀ ਸੈਟ ਇਨ ਦ ਬਰਾਂਡਾ ਬ੍ਰੇਕਿੰਗ ਦ ਬ੍ਰੈਡ ਇਨਟੂ ਲਿਟਲ ਬਿਟਸ, hundreds of little words collected round her, creating a veritable bedlam of chirping. Some came and perched on her legs, other on her shoulders, some even sat on her head. She smiled but never shooed them away. It used to be the happiest half hour of the day for her. ਔਰ ਦੁਪਹਿਰ ਦੇ ਟਾਈਮ ਉਹ ਚਿੜੀਆਂ ਨੂੰ ਖਾਣਾ ਦਿੰਦੀ ਸੀ। ਬਰਾਂਡੇ ਦੇ ਵਿੱਚ ਬੈਠ ਕੇ ਬ੍ਰੈਡਸ ਨੂੰ ਛੋਟੇ ਛੋਟੇ ਪੀਸਿਸ ਕੱਟਦੀ ਸੀ। ਤਾਂ ਇੰਨੇ ਟਾਈਮ ਦੇ ਵਿੱਚ ਹੰਡਰਡਸ ਦੀ ਗਿਣਤੀ ਦੇ ਵਿੱਚ, ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਪੰਛੀ ਸੀ ਉਹਦੇ ਆਲੇ ਦੁਆਲੇ ਇਕੱਠੇ ਹੁੰਦੇ ਸੀ, ਚਹਿਚਹਾਉਂਦੇ ਸੀ। ਕੁਛ ਆ ਕੇ ਉਹਦੀਆਂ ਲੱਤਾਂ 'ਤੇ ਬੈਠ ਜਾਂਦੇ ਸੀ, ਕੁਛ ਮੋਢਿਆਂ 'ਤੇ, ਈਵਨ ਕਿ ਕੁਛ ਉਹਦੇ ਸਿਰ ਦੇ ਉੱਪਰ ਬੈਠ ਜਾਂਦੇ ਸੀ। ਗ੍ਰੈਂਡ ਮਦਰ ਹੱਸਦੀ ਸੀ ਬਟ ਉਹਨਾਂ ਨੂੰ ਕਦੇ ਗੁੱਸੇ ਦੇ ਵਿੱਚ ਉੱਥੋਂ ਉਡਾਉਂਦੀ ਨਹੀਂ ਸੀ। ਔਰ ਇਹ ਵਾਲਾ ਜਿਹੜਾ ਉਹਦਾ ਅੱਧਾ ਘੰਟਾ ਹੁੰਦਾ ਸੀ ਉਹਦੇ ਲਈ ਪੂਰੇ ਦਿਨ ਦਾ ਹੈਪੀਐਸਟ ਟਾਈਮ ਹੁੰਦਾ ਸੀ, ਸਭ ਤੋਂ ਜ਼ਿਆਦਾ ਖੁਸ਼ੀ ਵਾਲਾ ਟਾਈਮ ਹੁੰਦਾ ਸੀ। When I decided to go abroad for further studies, I was sure my grandmother would be upset. I would be away for 5 years, and at her age, one could never tell what my grandmother could. So, further study ਦੇ ਲਈ ਹੁਣ ਖੁਸ਼ਵੰਤ ਸਿੰਘ ਨੇ ਡਿਸਾਈਡ ਕੀਤਾ ਕਿ ਮੈਂ ਅਬਰੋਡ ਜਾਣਾ ਹੈ। ਉਹਨੂੰ ਲੱਗਦਾ ਸੀ ਕਿ ਗ੍ਰੈਂਡ ਮਦਰ ਇਸ ਗੱਲ ਦੀ ਅਪਸੈਟ ਹੋਏਗੀ ਕਿਉਂਕਿ ਉਹਨੇ 5 ਸਾਲ ਲਈ ਜਾਣਾ ਸੀ, ਕਿਉਂਕਿ ਗ੍ਰੈਂਡ ਮਦਰ ਦੀ ਏਜ ਨੂੰ ਦੇਖ ਕੇ ਕੋਈ ਕੁਝ ਕਹਿ ਨਹੀਂ ਸੀ ਸਕਦਾ। ਬਟ ਕਹਿੰਦਾ ਗ੍ਰੈਂਡ ਮਦਰ ਇਸ ਗੱਲ ਬਾਰੇ ਚੰਗੀ ਤਰ੍ਹਾਂ ਜਾਣਦੀ ਸੀ। ਸ਼ੀ ਵਾਜ਼ ਨਾਟ ਈਵਨ ਸੈਂਟੀਮੈਂਟਲ। ਈਵਨ ਕਿ ਜਦੋਂ ਖੁਸ਼ਵੰਤ ਸਿੰਘ ਜਾ ਰਿਹਾ ਸੀ ਅਬਰੋਡ ਤਾਂ ਗ੍ਰੈਂਡ ਮਦਰ ਇਮੋਸ਼ਨਲ ਵੀ ਨਹੀਂ ਹੋਈ। ਸ਼ੀ ਕੇਮ ਟੂ ਲੀਵ ਮੀ ਐਟ ਅ ਰੇਲਵੇ ਸਟੇਸ਼ਨ। ਰੇਲਵੇ ਸਟੇਸ਼ਨ 'ਤੇ ਉਹਨੂੰ ਛੱਡਣ ਲਈ ਗਈ ਬਟ ਡਿਡ ਨਾਟ ਟਾਕ ਔਰ ਸ਼ੋ ਐਨੀ ਇਮੋਸ਼ਨ। ਪਰ ਕੁਛ ਬੋਲੀ ਨਹੀਂ, ਨਾ ਹੀ ਕੋਈ ਇਮੋਸ਼ਨ, ਕੋਈ ਫੀਲਿੰਗ ਸ਼ੋ ਕੀਤੀ। ਹਰ ਲਿਪਸ ਮੂਵਡ ਇਨ ਪ੍ਰੇਅਰਸ, ਹਰ ਮਾਈਂਡ ਵਾਜ਼ ਲੋਸਟ ਇਨ ਪ੍ਰੇਅਰ। ਉਹਦੇ ਲਿਪਸ ਵੀ ਪ੍ਰੇਅਰ ਲਈ ਮੂਵ ਹੋ ਰਹੇ ਸੀ ਔਰ ਉਹਦਾ ਜਿਹੜਾ ਮਾਈਂਡ ਸੀ ਵੀ ਪ੍ਰੇਅਰ ਦੇ ਵਿੱਚ ਗੁੰਮ ਸੀ। ਹਰ ਫਿੰਗਰਸ ਵਰ ਬਿਜ਼ੀ ਟੈਲਿੰਗ ਦ ਬੀਟਸ ਆਫ ਹਰ ਰੋਜ਼ਰੀ। ਉਹਦੀਆਂ ਫਿੰਗਰਸ ਮਾਲਾ ਦੇ ਮਣਕੇ ਫੇਰਨ 'ਚ ਬਿਜ਼ੀ ਸੀਗੀਆਂ। Silently she kissed my forehead, and when I left, I cherished the moist imprint as perhaps the last sign of physical contact with us. ਜਦੋਂ ਉਹ ਜਾ ਰਿਹਾ ਸੀ ਤਾਂ ਖੁਸ਼ਵੰਤ ਸਿੰਘ ਨੇ ਗ੍ਰੈਂਡ ਮਦਰ ਨੇ ਖੁਸ਼ਵੰਤ ਸਿੰਘ ਦੇ ਫੋਰਹੈਡ ਦੇ ਉੱਪਰ ਪਿਆਰ ਕੀਤਾ, ਕਿਸ ਕੀਤੀ। ਤਾਂ ਖੁਸ਼ਵੰਤ ਸਿੰਘ ਨੇ ਉਹਨੂੰ ਲੱਗਿਆ ਕਿ ਸ਼ਾਇਦ ਸਾਡੇ ਦੋਨਾਂ ਦਾ ਇਹ ਲਾਸਟ ਫਿਜ਼ੀਕਲ ਕੰਟੈਕਟ ਹੈ, ਬਟ ਦੈਟ ਵਾਜ਼ ਨਾਟ ਸੋ। ਪਰ ਖੁਸ਼ਵੰਤ ਸਿੰਘ ਦੱਸ ਕਹਿੰਦਾ ਇਸ ਤਰ੍ਹਾਂ ਕੁਛ ਨਹੀਂ ਸੀ। After 5 years, I came back home and was met by her at the station. 5 ਸਾਲ ਬਾਅਦ ਖੁਸ਼ਵੰਤ ਸਿੰਘ ਵਾਪਸ ਆਇਆ, ਆ ਕੇ ਫਿਰ ਤੋਂ ਆਪਣੀ ਦਾਦੀ ਨੂੰ ਸਟੇਸ਼ਨ 'ਤੇ ਮਿਲਿਆ। She did not look a day older. 5 ਸਾਲ ਬਾਅਦ ਵੀ ਗ੍ਰੈਂਡ ਮਦਰ ਨੂੰ ਇੱਕ ਦਿਨ ਵੀ ਬੁੱਢੀ ਨਹੀਂ ਲੱਗ ਰਹੀ ਸੀ। She still had no time for words, and while she clasped me in her arms, ਉਸ ਦਿਨ ਵੀ ਗ੍ਰੈਂਡ ਮਦਰ ਦੇ ਕੋਲ ਪਹਿਲਾਂ ਦੀ ਤਰ੍ਹਾਂ ਵਰਡਸ ਦੇ ਲਈ, ਸ਼ਬਦਾਂ ਲਈ ਬੋਲਣ ਲਈ ਕੋਈ ਟਾਈਮ ਨਹੀਂ ਸੀ ਔਰ ਉਹਨੇ ਖੁਸ਼ਵੰਤ ਸਿੰਘ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ। ਆਈ ਕੁਡ ਹੀਅਰ ਹਰ ਸਾਈਟਿੰਗ ਹਰ ਪ੍ਰੇਅਰ। ਤਾਂ ਉਸ ਟਾਈਮ 'ਤੇ ਵੀ ਖੁਸ਼ਵੰਤ ਸਿੰਘ ਨੇ ਆਪਣੇ ਗ੍ਰੈਂਡ ਮਦਰ ਦੀ ਆਵਾਜ਼ ਸੁਣੀ ਜੋ ਕਿ ਪ੍ਰੇਅਰ ਬੋਲ ਰਹੀ ਸੀ। ਈਵਨ ਔਨ ਦਾ ਫਸਟ ਡੇ ਆਫ ਮਾਈ ਅਰਾਈਵਲ ਹਰ ਹੈਪੀਐਸਟ ਮੂਮੈਂਟਸ ਵਰ ਵਿਦ ਹਰ ਸਪੈਰੋਜ਼ whom she fed longer and with fabulous revolts. ਕਹਿੰਦਾ ਉਸ ਦਿਨ ਵੀ ਗ੍ਰੈਂਡ ਮਦਰ ਦੇ ਲਈ, ਚਾਹੇ ਜਿਸ ਦਿਨ ਮੈਂ ਆਇਆ ਸੀ ਉਸ ਦਿਨ ਵੀ ਉਹਦੇ ਲਈ ਸਭ ਤੋਂ ਜ਼ਿਆਦਾ ਹੈਪੀਐਸਟ ਮੂਮੈਂਟ ਕੀ ਸੀ, ਜਦੋਂ ਉਹ ਚਿੜੀਆਂ ਨੂੰ ਖਾਣਾ ਦੇ ਰਹੀ ਸੀ ਔਰ ਉਹਨਾਂ ਨੂੰ ਪਿਆਰ ਨਾਲ ਛਿੜਕ ਰਹੀ ਸੀ। ਰਿਵੋਕਸ ਹੁੰਦਾ ਛਿੜਕਣਾ। ਇਨ ਦਾ ਇਵਨਿੰਗ ਅ ਚੇਂਜ ਕੇਮ ਓਵਰ ਹਰ। ਪਰ ਸ਼ਾਮ ਨੂੰ ਇੱਕ ਉਸ 'ਤੇ ਚੇਂਜ ਦੇਖਿਆ ਗਿਆ। ਸ਼ੀ ਡਿਡ ਨਾਟ ਪ੍ਰੇ। ਉਸ ਦਿਨ ਉਹਨੇ ਪ੍ਰੇਅਰ ਨਹੀਂ ਕੀਤੀ।
She collected the women of the neighborhood, ਗਲੀ ਦੀਆਂ ਕੁਝ ਲੇਡੀਜ਼ ਨੂੰ ਇਕੱਠਾ ਕੀਤਾ, got an old drum, ਇੱਕ ਪੁਰਾਣਾ ਡਰਮ ਲਿਆ, ਢੋਲ ਲਿਆ, started to sing, ਗਾਉਣਾ ਸ਼ੁਰੂ ਕੀਤਾ. For several hours she thumped and sagging skin of the dilapidated drum and sang of the homecoming of warriors. ਤਾਂ ਉਸ ਜਿਹੜਾ ਕਿ ਪੁਰਾਣਾ ਡਰਮ ਸੀ, ਜਿਹਦੀ ਜਿਹੜੀ ਸਕਿਨ ਸੀ ਸੈਗ ਹੋ ਚੁੱਕੀ ਸੀ, ਸਿੱਲੀ ਹੋ ਚੁੱਕੀ ਸੀ, ਖਰਾਬ ਹੋ ਚੁੱਕੀ ਸੀ, ਉਸਨੂੰ ਥੰਪ ਕਰਨਾ ਸ਼ੁਰੂ ਕੀਤਾ. ਔਰ ਜਿਸ ਤਰ੍ਹਾਂ ਯੋਧੇ ਲੜਾਈ ਤੋਂ ਵਾਪਸ ਆਉਂਦੇ ਇਸ ਤਰ੍ਹਾਂ ਦੇ ਕੁਝ ਜਿਹੜੇ ਗਾਣੇ ਨੇ, ਗੀਤ ਨੇ, ਉਹ ਗਾਉਣੇ ਸ਼ੁਰੂ ਕੀਤੇ. We had to pursue her to stop to avoid overstraining. ਉਸ ਦਿਨ ਕਹਿੰਦਾ ਸਾਨੂੰ ਦਾਦੀ ਨੂੰ ਰੋਕਣਾ ਪਿਆ ਕਿਉਂਕਿ ਲੱਗ ਰਿਹਾ ਸੀ ਕਿ ਉਹ ਜ਼ਿਆਦਾ ਥੱਕ ਨਾ ਜਾਵੇ. That was the first time since I had known her that she did not pray. ਕਹਿੰਦਾ ਉਸ ਦਿਨ ਮੈਂ ਪਹਿਲੀ ਵਾਰ ਦੇਖਿਆ ਜਦੋਂ ਗ੍ਰੈਂਡ ਮਦਰ ਪ੍ਰੇ ਨਹੀਂ ਕਰ ਰਹੀ ਸੀ. The next morning she was taken ill. ਅਗਲੇ ਦਿਨ ਗ੍ਰੈਂਡ ਮਦਰ ਬਿਮਾਰ ਹੋ ਗਈ. It was mild fever. ਉਹਨੂੰ ਹਲਕਾ ਜਿਹਾ ਬੁਖਾਰ ਸੀ. The doctor told us that it would go. ਡਾਕਟਰ ਨੇ ਕਿਹਾ ਕਿ ਬੁਖਾਰ ਠੀਕ ਹੋਏਗਾ. But my grandmother thought differently. But ਉਸ ਦਿਨ ਮੇਰੀ grandmother ਕੁਝ ਹੋਰ ਸੋਚ ਰਹੀ ਸੀ. She told us that her end was near. ਉਹਨੇ ਸਾਨੂੰ ਦੱਸਿਆ ਕਿ ਮੇਰਾ ਹੁਣ ਜੋ end ਹੈ ਉਹ ਨਜ਼ਦੀਕ ਹੈ. She said that since only a few hours before the close of first chapter of her life she had committed to pray, she was not going to waste any more time talking to us. ਉਹਨੇ ਦੱਸਿਆ ਕਿ ਮੇਰੀ ਲਾਈਫ ਦਾ ਜੋ ਚੈਪਟਰ ਹੈ ਉਹ ਖ਼ਤਮ ਹੋਣ ਵਾਲਾ ਹੈ, ਸੋ ਉਹ ਕਿਸੇ ਨਾਲ ਗੱਲ ਕਰਕੇ ਆਪਣਾ ਟਾਈਮ ਵੇਸਟ ਨਹੀਂ ਕਰਨਾ ਚਾਹੁੰਦੀ, ਸਿਰਫ ਔਰ ਸਿਰਫ ਪ੍ਰੇਅਰ ਕਰਨਾ ਚਾਹੁੰਦੀ ਹੈ, ਪ੍ਰੇਅਰ ਬੋਲਣਾ ਚਾਹੁੰਦੀ ਹੈ. ਵੀ ਪ੍ਰੋਟੈਸਟਡ, ਕਹਿੰਦਾ ਅਸੀਂ ਗ੍ਰੈਂਡ ਮਦਰ ਨੂੰ ਰੋਕਿਆ. ਬਟ ਸ਼ੀ ਇਗਨੋਰਡ ਆਰ ਪ੍ਰੋਟੈਸਟ, ਉਹਨੇ ਸਾਡੇ ਵਿਰੋਧ ਨੂੰ ਇਗਨੋਰ ਕਰ ਦਿੱਤਾ. ਸ਼ੀ ਲੇ ਪੀਸਫੁਲੀ ਇਨ ਬੈਡ ਪ੍ਰੇਇੰਗ ਐਂਡ ਟੈਲਿੰਗ ਹਰ ਬੀਟਸ. ਉਸ ਦਿਨ ਬੜੀ ਸ਼ਾਂਤੀ ਨਾਲ ਬੈੱਡ 'ਤੇ ਲੇਟੀ ਹੋਈ ਸੀ, ਪ੍ਰੇ ਕਰ ਰਹੀ ਸੀ, ਮਾਲਾ ਦੇ ਮਣਕੇ ਫੇਰ ਰਹੀ ਸੀ. ਈਵਨ ਬਿਫੋਰ ਵੀ ਕੁਡ ਸਸਪੈਕਟ ਹਰ ਲਿਪਸ ਸਟਾਪ ਮੂਵਿੰਗ ਐਂਡ ਰੋਜ਼ਰੀ ਫੈਲ ਫਰੋਮ ਹਰ ਲਾਈਫਲੈਸ ਫਿੰਗਰਸ. ਕਹਿੰਦਾ ਇਸ ਤੋਂ ਪਹਿਲਾਂ ਕਿ ਅਸੀਂ ਡਾਊਟ ਕਰ ਸਕਦੇ, ਸਸਪੈਕਟ ਕਰ ਸਕਦੇ, ਸ਼ੱਕ ਕਰ ਸਕਦੇ, ਦਾਦੀ ਦੇ ਜਿਹੜੇ ਲਿਪਸ ਨੇ ਉਹ ਮੂਵ ਹੋਣੇ ਬੰਦ ਹੋ ਗਏ. ਉਹਦੇ ਹੱਥਾਂ ਦੇ ਵਿੱਚੋਂ, ਲਾਈਫਲੈਸ ਫਿੰਗਰਸ ਦੇ ਵਿੱਚੋਂ, ਉਹ ਵਾਲੀਆਂ ਉਂਗਲੀਆਂ ਜਿਨ੍ਹਾਂ 'ਚ ਜਾਨ ਨਹੀਂ ਸੀ ਰਹੀ, ਉਹਨਾਂ ਵਿੱਚੋਂ ਮਾਲਾ ਨੀਚੇ ਗਿਰ ਗਈ ਸੀ. ਅ ਪੀਸਫੁਲ ਪੈਲਸ ਸਪਰੈਡ ਔਨ ਹਰ ਫੇਸ, ਉਹਦੇ ਫੇਸ ਦੇ ਉੱਪਰ ਇੱਕ ਸ਼ਾਂਤੀ ਫੈਲ ਗਈ. ਵੀ ਨਿਊ ਦੈਟ ਸ਼ੀ ਵਾਜ਼ ਡੈਡ. ਕਹਿੰਦਾ ਸਾਨੂੰ ਪਤਾ ਲੱਗ ਗਿਆ ਸੀ ਕਿ ਗ੍ਰੈਂਡ ਮਦਰ ਹੁਣ ਦੀ ਡੈਥ ਹੋ ਚੁੱਕੀ ਹੈ. ਵੀ ਲਿਫਟਡ ਹਰ ਆਫ ਦ ਬੈਡ ਐਂਡ ਐਜ਼ ਇਨ ਕਸਟਮਰੀ ਲੇਡ ਹਰ ਔਨ ਦ ਗਰਾਊਂਡ ਐਂਡ ਕਵਰਡ ਹਰ ਵਿਦ ਦ ਰੈਡ ਸ਼ਰਾਊਡ. After a few hours of mourning, she left her alone to make arrangement for her funeral. ਫਿਰ ਗ੍ਰੈਂਡ ਮਦਰ ਦੀ ਡੈਡ ਬੋਡੀ ਨੂੰ ਜਿਸ ਤਰ੍ਹਾਂ ਕਿ ਰਿਵਾਜ ਹੈ ਧਰਤੀ 'ਤੇ ਪਾਇਆ ਗਿਆ, ਉਹਦੇ ਉੱਪਰ ਰੈੱਡ ਕਲਰ ਦਾ ਕੱਪੜਾ ਦਿੱਤਾ ਗਿਆ. ਕੁਝ ਘੰਟਿਆਂ ਦੇ ਸੋਗ ਤੋਂ ਬਾਅਦ, ਅਫਸੋਸ ਤੋਂ ਬਾਅਦ ਫਿਰ ਅਸੀਂ ਉਸ ਦੇ ਸੰਸਕਾਰ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਔਰ ਉਸ ਦੀ ਬੋਡੀ ਨੂੰ ਇਕੱਲਾ ਛੱਡ ਦਿੱਤਾ. In the evening we went to her room with the crude stretcher to take her to the cremated. ਫਿਰ ਸ਼ਾਮ ਨੂੰ ਸਟ੍ਰੈਚਰ ਉਸਦੇ ਰੂਮ ਦੇ ਵਿੱਚ ਲੈ ਕੇ ਗਏ ਤਾਂ ਕਿ ਉਹਦੀ ਬੋਡੀ ਨੂੰ ਕ੍ਰੀਮੇਸ਼ਨ ਕੀਤਾ ਜਾ ਸਕੇ, ਸੰਸਕਾਰ ਕੀਤਾ ਜਾ ਸਕੇ. The sun was setting and had lit her room and veranda with a blaze of golden light. ਕਿਉਂਕਿ ਸੂਰਜ ਛਿਪ ਰਿਹਾ ਸੀ, ਉਸਦਾ ਰੂਮ ਔਰ ਬਰਾਂਡਾ ਸੂਰਜ ਦੀ ਰੋਸ਼ਨੀ ਦੇ ਨਾਲ ਭਰਿਆ ਹੋਇਆ ਸੀ, ਚਮਕ ਰਿਹਾ ਸੀ. We stopped halfway in the courtyard. ਅਸੀਂ ਵਿਹੜੇ ਵਿੱਚ ਅੱਧ ਵਿੱਚ ਹੀ ਰੁਕ ਗਏ. All over the veranda and in her room right up to where she lay dead, stiff, wrapped in red shroud, thousands of sparrows sat scattered on the floor. ਕਿਉਂ? ਕਿਉਂਕਿ ਇਸ ਦੇ ਰੂਮ ਦੇ ਵਿੱਚ, ਬਰਾਂਡਾ ਦੇ ਵਿੱਚ ਥਾਊਜ਼ੈਂਡਸ, ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀਆਂ ਚਿੜੀਆਂ ਸੀ ਫਰਸ਼ ਦੇ ਉੱਪਰ ਇਕੱਠੀਆਂ ਹੋ ਚੁੱਕੀਆਂ ਸੀ. ਉਸ ਦੀ ਡੈੱਡ ਬੋਡੀ ਦੇ ਕੋਲ ਜਿਹੜੀ ਕਿ ਸਟਿਫ ਪਈ ਸੀ, ਜਿਹਨੂੰ ਰੈੱਡ ਕਲਰ ਦੇ ਕੱਪੜੇ ਦੇ ਨਾਲ ਢੱਕਿਆ ਹੋਇਆ ਸੀ. There was no chirping. ਹਜ਼ਾਰਾਂ ਚਿੜੀਆਂ ਸੀ ਪਰ ਕੋਈ ਆਵਾਜ਼ ਨਹੀਂ ਸੀ, ਕੋਈ ਚਹਿਚਹਾਉਣਾ ਨਹੀਂ ਸੀ. We felt sorry for the birds. ਸਾਨੂੰ ਉਹਨਾਂ ਪੰਛੀਆਂ 'ਤੇ ਬਹੁਤ ਤਰਸ ਆ ਰਿਹਾ ਸੀ. My mother fetched some bread for them. ਮੇਰੇ ਮਦਰ ਨੇ ਉਹਨਾਂ ਚਿੜੀਆਂ ਲਈ ਕੁਝ ਬ੍ਰੈਡ ਲਿਆਂਦੇ. She broke it into the little crumbs. ਉਹਨਾਂ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ. The way my grandmother used to. ਉਸੇ ਤਰ੍ਹਾਂ ਜਿਸ ਤਰ੍ਹਾਂ ਗ੍ਰੈਂਡ ਮਦਰ ਉਹਨਾਂ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਤੋੜਦੀ ਹੁੰਦੀ ਸੀ. Threw it to them. ਔਰ ਖਾਣ ਲਈ ਉਹਨਾਂ ਬ੍ਰੈਡ ਨੂੰ ਚਿੜੀਆਂ ਦੇ ਅੱਗੇ ਸੁੱਟ ਦਿੱਤਾ. The sparrows took no notice of the bread. ਬਟ ਉਹਨਾਂ ਚਿੜੀਆਂ ਨੇ ਉਹਨਾਂ ਬ੍ਰੈਡ ਕ੍ਰਮਜ਼ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਅੱਜ ਉਹ ਉੱਥੇ ਆਪਣਾ ਖਾਣਾ ਖਾਣ ਨਹੀਂ ਸੀ ਆਈਆਂ,
ਗ੍ਰੈਂਡ ਮਦਰ ਦਾ ਅਫਸੋਸ ਕਰਨ ਲਈ ਆਈਆਂ ਹੋਈਆਂ ਸੀ, ਕਿਉਂਕਿ ਗ੍ਰੈਂਡ ਮਦਰ ਦੇ ਨਾਲ ਉਹ ਬਹੁਤ ਜ਼ਿਆਦਾ ਅਟੈਚ ਫੀਲ ਕਰਦੀਆਂ ਸੀ। ਵੈਨ ਵੀ ਕੈਰੀਡ ਮਾਈ ਗ੍ਰੈਂਡ ਮਦਰਸ ਕੋਰਪਸ ਆਫ, ਕਹਿੰਦਾ ਜਦੋਂ ਅਸੀਂ ਗ੍ਰੈਂਡ ਮਦਰ ਦੀ ਅਰਥੀ ਨੂੰ ਉੱਥੇ ਉਠਾ ਲਿਆ, ਉਹਦੀ ਡੈਡ ਬੋਡੀ ਨੂੰ ਚੱਕ ਲਿਆ ਗਿਆ, ਦੇ ਫਲਿਊ ਅਵੇ ਕੁਆਇਟਲੀ, ਤਾਂ ਉਹ ਵਾਲੀਆਂ ਚਿੜੀਆਂ ਵੀ, ਜਿਹੜੀਆਂ ਹਜ਼ਾਰਾਂ ਚਿੜੀਆਂ ਉੱਥੇ ਇਕੱਠੀਆਂ ਹੋਈਆਂ ਸੀ, ਉਹ ਵੀ ਚੁੱਪਚਾਪ ਉੱਤੋਂ ਉੱਡ ਚੁੱਕੀਆਂ ਸੀ। ਨੈਕਸਟ ਮਾਰਨਿੰਗ ਦ ਸਵੀਪਰ ਸਵੈਪਟ ਦ ਬ੍ਰੈਡ ਕਰਮਸ ਇਨਟੂ ਦ ਡਸਟਬਿਨ, ਔਰ ਅਗਲੀ ਸਵੇਰ ਸਵੀਪਰ ਨੇ ਉਹਨਾਂ ਬ੍ਰੈਡ ਕਰਮਸ ਨੂੰ ਝਾੜੂ ਦੇ ਨਾਲ ਇਕੱਠਾ ਕੀਤਾ ਔਰ ਡਸਟਬਿਨ ਦੇ ਵਿੱਚ ਪਾ ਦਿੱਤਾ। ਸੋ ਬੇਟਾ ਇਸ ਲੈਸਨ ਦੇ ਵਿੱਚ ਗ੍ਰੈਂਡ ਮਦਰ ਬਾਰੇ ਆਪਾਂ ਨੂੰ ਬੜਾ ਡੀਪਲੀ ਦੱਸਿਆ ਹੋਇਆ ਹੈ ਕਿ ਉਸਦੀ ਖੁਸ਼ਵੰਤ ਸਿੰਘ ਦੇ ਨਾਲ ਕੀ ਅਟੈਚਮੈਂਟ ਸੀ, ਕਿਸ ਤਰ੍ਹਾਂ ਉਹ ਰਿਲੀਜੀਅਸ ਮਾਈਂਡਡ ਲੇਡੀ ਸੀ, ਹਮੇਸ਼ਾ ਪ੍ਰੇ ਕਰਦੀ ਰਹਿੰਦੀ ਸੀ ਔਰ ਡੌਗ ਲਵਰ ਸੀ, ਡੌਗਸ ਨੂੰ ਖਾਣਾ ਦਿੰਦੀ ਸੀ ਵਿਲੇਜ ਦੇ ਵਿੱਚ, ਔਰ ਸ਼ਹਿਰ ਦੇ ਵਿੱਚ ਆ ਕੇ ਉਹਨੇ ਪੰਛੀਆਂ ਨੂੰ ਖਾਣਾ ਦੇਣਾ ਸ਼ੁਰੂ ਕਰ ਦਿੱਤਾ। ਸੋ ਉਸਦੇ ਸਪੈਰੋਜ਼ ਨਾਲ ਕਿੰਨੀ ਜ਼ਿਆਦਾ ਅਟੈਚਮੈਂਟ ਸੀ। ਸੋ ਬੇਟਾ ਇਸ ਲੈਸਨ ਨੂੰ ਇੱਕ ਵਾਰ ਆਪ ਤੁਸੀਂ ਬੜੇ ਧਿਆਨ ਨਾਲ ਰੀਡ ਕਰ ਲੈਣਾ, ਕਿਉਂਕਿ ਇਹ ਲੈਸਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਥੈਂਕ ਯੂ।